अपना शुक्रिया आप ही कर लाँगा, मुबशर का भी कर दिया है। हमारे एक इंतहाई सीनियर और पंजाबी का बहुत बड़ा नाम भी तशरीफ़ लाए हैं, तो मैं स्पेशली उनको बिलखसूस जो है सफदर वामिक साहब को बहुत शुक्रिया अदा करता हूँ। सर आपने तशरीफ़ लाए, हमारे लिए बहुत बड़ा एजाज़ है। इसके अलावा कुरैशी साहब, साजिद कुरैशी साहब, आबिद साहब, आप सबका भी शुक्रिया। ख़वातीन में हमारी गज़ल और आप दोनों हिना का और मियाँ का, आप दोनों का श्री तो है हमारे घर की है। कर्नल साहब का बहुत शुक्रिया। फरमान स्कर्दू से, प्रोफेसर राशिद साहब कश्मीर से स्पेशली आज ही आए हैं, मैं इनके शुक्रगुज़ार हैं। और मज़ीद किसी किस्म की तमहीद के बग़ैर कि एक ऐसा नाम के जिनके मुतालिक बात करते हुए मेरे लफ्ज़ गूंगे हो जाते हैं, राना सईद दोशी साहब। आप अहबाब की इजाज़त से, और मैं तो पंजाबी बोलनी थी। उन्हें रिफत अंजुम साहिबा अपना कलाम सुना रहे सन, जिस लय च, जिस तर्ज से, ते मेरी अदबी बिस्मिल्लाह जड़ी है मियाँ मोहम्मद बख्श के नाँ तो शुरू होती है। अज मेरी बेटियां भी बैठिया ने, भैन बैठिया ने, बड़ियां भैन बैठिया ने, तो मियाँ मोहम्मद बख्श का एक शेर सुना के मैं अगे शुरुआत कराँगा कि सखियां नाल मैं खेडन गई ते टुट गईयां मेरियां वंगा। सखियां नाल मैं खेडन गई ते टुट गईयां मेरियां वंगा। माँ होंदी ते होर चढ़ाउंदी, प्यो कोलों मंगदी संगा। जी एदा उन्वान है अंजुमे रिफत। रिफत अंजुम शायरी दे आसमाना दी रिफतां दा ਉਹ ਲਿਸ਼ਕਦਾ ਤਾਰਾ ਹੈ ਜਿਹੜਾ ਪੰਜਾਬੀ ਸ਼ਾਇਰੀ ਦੇ ਵਿਹੜੇ ਦੀ ਗੁੱਠ ਗੁੱਠ ਵਿੱਚ ਅੱਖ ਪਾਉਣਾ ਚਾਨਣ ਖਿਲਾਰ ਰਿਹਾ ਹੈ। ਇਹ ਤਾਰਾ ਸ਼ਾਮ ਹੁੰਦੇ ਹੀ ਤਲੂ ਹੁੰਦਾ ਹੈ ਤੇ ਸਵੇਰ ਤੱਕ ਆਪਣੀ ਲੋ ਖਿਲਾਰੀ ਰੱਖਦਾ ਹੈ। ਇਸ ਤਾਰੇ ਦੀ ਲੋ ਦਾ ਪਹਿਲਾ ਨਜ਼ਾਰਾ ਵੇਖੋ। ਸਾਨੂੰ ਡੋਬਣ ਤੋਂ ਪਹਿਲਾਂ ਇਹ ਸੋਚ ਲਵੀਂ, ਸਾਨੂੰ ਡੋਬਣ ਤੋਂ ਪਹਿਲਾਂ ਇਹ ਸੋਚ ਲਵੀਂ, ਸਾਨੂੰ ਡੋਬ ਕੇ ਬੇੜਾ ਤੇਰਾ ਨਹੀਂ ਤਰਨਾ। ਰਿਫਤ ਅੰਜੁਮ ਦਾ ਜ਼ੇਰ ਪੰਜਾਬੀ ਸ਼ੇਰੀ ਪਰਾਗਾ ਇਸ਼ਕ ਦਾ ਸੂਤਰ ਸੁਚੱਜੇ ਢੰਗ ਨਾਲ ਕੱਤ ਕੇ ਉਟੇਰੀਆਂ ਹੋਈਆਂ ਅਟੀਆਂ ਨਾਲ ਭਰਿਆ ਹੋਇਆ ਹੈ। ਉਹ ਸ਼ੇਰਾਂ ਦੇ ਇਸ ਤਰਿੰਜਣ ਵਿੱਚ ਚੁੱਪ ਦੀ ਬੁੱਕਲ ਮਾਰ ਕੇ ਮੂੰਹ ਧਿਆਨੇ ਚਰਖਾ ਕੱਤੀ ਜਾਂਦੀ ਹੈ ਤੇ ਇਸ਼ਕ ਦੇ ਸੂਤਰ ਦੀਆਂ ਵਨ ਭਵਾਨੀਆਂ ਅਟੀਆਂ ਅੱਟੀ ਜਾਂਦੀ ਹੈ। ਇਹਨਾਂ ਦੀ ਸ਼ਾਇਰੀ ਵਿੱਚ ਰੋਜ਼ਮਰਾ ਜ਼ਿੰਦਗੀ ਦੇ ਤਜਰਬੇ, ਦੁੱਖ ਸੁੱਖ ਤੇ ਇਨਸਾਨੀ ਰਵੱਈਏ ਦੀ ਅਕਾਸੀ ਮਿਲਦੀ ਹੈ ਕਿ ਅੱਗ ਵਿੱਚ ਤਾਰੀ ਲਾ ਕੇ ਅੰਜੁਮ ਕੀ ਖਟਿਆ, ਅੱਗ ਵਿੱਚ ਤਾਰੀ ਲਾ ਕੇ ਅੰਜੁਮ ਕੀ ਖਟਿਆ, ਸੱਪਾਂ ਜ਼ਹਿਰ ਪਿਵਾ ਕੇ ਅੰਜੁਮ ਕੀ ਖਟਿਆ। ਸਾਰੀ ਸੱਪਾਂ ਦੁੱਧ ਪਿਵਾ ਕੇ ਅੰਜੁਮ ਕੀ ਖਟਿਆ। ਇਸ ਸ਼ਾਇਰੀ ਪਰਾਗੇ ਵਿੱਚ ਰਿਫਤ ਅੰਜੁਮ ਹੋਰਾਂ ਹਮਦ, ਨਾਤ, ਦੁਆ, ਮਨਕਬਤ, ਮਰਸੀਆ, ਹਾਇਕੋ, ਬੋਲੀਆਂ, ਨਜ਼ਮਾਂ ਤੇ ਗਜ਼ਲਾਂ ਨੂੰ ਸ਼ੇਰੀ ਰੂਪ ਦੇ ਕੇ ਜਗ ਬੀਤੀ ਤੇ ਹੱਡ ਬੀਤੀ ਬਣਾ ਕੇ ਆਪਣੇ ਆਪ ਨੂੰ ਵੀ ਇਹੋ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿਲ ਨੂੰ ਕੁੰਡੀ ਲਾ ਕੇ ਰੱਖ, ਆਪਣਾ ਆਪ ਬਚਾ ਕੇ ਰੱਖ। ਇਹੋ ਸਬਬ ਹੈ ਕਿ ਅੱਜ ਕੱਲ੍ਹ ਦੀ ਆਮ ਸ਼ਾਇਰਾਤ ਵਰਗੀ ਚੁੱਲ ਬੁੱਲ ਨਾ ਤੇ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਦਿਸਦੀ ਹੈ ਤੇ ਨਾ ਉਹਦੇ ਸ਼ੇਰਾਂ ਵਿੱਚ ਨਜ਼ਰ ਆਉਂਦੀ ਹੈ। ਮੈਂ ਲਾਈਨ ਦੁਬਾਰਾ
ਕਿ ਇਹੋ ਸਬਬ ਹੈ ਕਿ ਅੱਜ ਕੱਲ੍ਹ ਦੀ ਆਮ ਸ਼ਾਇਰਾਤ ਵਰਗੀ ਚੁੱਲ ਬੁੱਲ ਨਾ ਤੇ ਉਹਨਾਂ ਦੀ ਸ਼ਖਸੀਅਤ ਵੀ ਦਿਸਦੀ ਹੈ ਤੇ ਨਾ ਉਹਨਾਂ ਦੇ ਸ਼ੇਅਰਾਂ ਵਿੱਚ ਨਜ਼ਰ ਆਉਂਦੀ ਹੈ। ਹਾਂ, ਕਿਧਰੇ ਕਿਧਰੇ ਢੇਰ ਸਾਰੀਆਂ ਗੱਲਾਂ ਤੇ ਪਛਤਾਵੇ ਦਾ ਰੰਗ ਉਹਨਾਂ ਦੀ ਸ਼ਾਇਰੀ ਦੇ ਵਿੱਚ ਨਿਕਲ ਕੇ ਸਾਹਮਣੇ ਜ਼ਰੂਰ ਆ ਜਾਂਦਾ ਹੈ। ਉਹਨਾਂ ਦੀ ਹਰ ਸਿਨਫ ਦੇ ਵਿੱਚ ਸ਼ੇਰੀਅਤ ਤੇ ਤਗਜ਼ਲ ਦੀ ਵੱਖਰੀ ਤੇ ਖੁਸ਼ਗਵਾਰ ਫਿਜ਼ਾ ਬਣਦੀ ਚਲੀ ਜਾਂਦੀ ਹੈ ਤੇ ਚੰਗਾ ਸੀ ਜੇ ਚੁੱਪ ਦੀ ਬੁੱਕਲ ਵੱਟ ਲੈਂਦੀ, ਆਪਣਾ ਦਰਦ ਸੁਣਾ ਕੇ ਅੰਜਮ ਕੀ ਕੱਢਿਆ। ਇਸ ਸ਼ੇਰੀ ਪਰਾਗੇ ਦੀ ਪੰਜਾਬੀ ਸ਼ਾਇਰੀ ਵਿੱਚ ਰਿਫਤ ਅੰਜਮ ਹੋਰਾਂ ਦੀ ਡੂੰਘੀ ਸੋਚ ਤੇ ਗਹਿਰੀ ਸੂਝ ਦੇ ਸ਼ੇਰੀ ਇਜ਼ਹਾਰ ਦੀ ਦਸਤੇ ਪੈਂਦੀ ਏ। ਇਹਦੇ ਨਾਲ ਨਾਲ ਇਹਨਾਂ ਪੰਜਾਬ ਦੀ ਹਯਾਤੀ ਲੋਕ ਰਹਿਤਲ, ਤਬਕਾਤੀ ਤਕਸੀਮ, ਇਕਤਸਾਦੀ ਇਸਤਸਾਲ, ਮੁਆਸ਼ਰਤੀ ਜਬਰ ਤੇ ਜਿਨਸਿਆਤੀ ਬੇਰਾ ਰਵੀ ਦੀ ਕੈਫੀਅਤ ਵੱਲ ਦਾ ਇਹਨਾਂ ਭਰਵਾਂ ਸ਼ੇਰੀ ਵੇਰਵਾ ਕੀਤਾ ਹੈ। ਸੂਝਵਾਨਕਾਰੀ ਵਾਹ ਵਾਹ ਕੀਤੇ ਬਗੈਰ ਨਹੀਂ ਰਹਿ ਸਕਦਾ। ਇਸ ਸ਼ੇਰ ਤੇ ਮੈਂ ਬਿਲਖਸੂਸ ਤਵੱਜੋ ਚਾਹਾਂਗਾ। ਮੈਂ ਹਾਂ ਤੱਸੀ ਪਰ ਇਸ ਤਸ ਤੋਂ ਨਹੀਂ ਹਰਨਾ। ਮੈਂ ਹਾਂ ਤੱਸੀ ਪਰ ਇਸ ਤਸ ਤੋਂ ਨਹੀਂ ਹਰਨਾ। ਮੈਂ ਸ਼ਾਵਾਂ ਦੇ ਖੂਹ ਤੋਂ ਪਾਣੀ ਨਹੀਂ ਭਰਨਾ। ਇਸ ਪੂਰੇ ਪਰਾਗੇ 'ਚ ਮੈਂ ਕਹਿ ਰਿਹਾ, ਮੇਰੀ ਆਪਣੀ, ਤੁਸੀਂ ਇਖਤਲਾਫ ਕਰ ਸਕਦੇ ਹੋ, ਇਸ ਪੂਰੇ ਪਰਾਗੇ 'ਚ ਇਹ ਸਿਰਫ ਇੱਕ ਸ਼ੇਰ ਵੀ ਹੁੰਦਾ ਨਾ ਤਾਂ ਵੀ ਇਹ ਇੱਕ ਵੱਡਾ ਸ਼ੇਰੀ ਮਜਮੂਆ ਹੈ। ਮੈਂ ਹਾਂ ਤੱਸੀ ਪਰ ਇਸ ਤਸ ਤੋਂ ਨਹੀਂ ਹਰਨਾ। ਮੈਂ ਸ਼ਾਵਾਂ ਦੇ ਖੂਹ ਤੋਂ ਪਾਣੀ ਨਹੀਂ ਭਰਨਾ। ਰਿਫਤ ਅੰਜਮ ਹੋਰਾਂ ਪੰਜਾਬੀ ਜ਼ਬਾਨ ਤੇ ਪੰਜਾਬ ਵਿੱਚ ਵਸਣ ਵਾਲਿਆਂ ਦੇ ਵਿਚਾਰਾਂ ਨੂੰ ਆਪਣੀ ਸ਼ਾਇਰੀ ਦਾ ਮਰਕਜ਼ੀ ਮੌਜੂ ਬਣਾਇਆ ਹੈ ਤੇ ਇਸ ਰਾਹੀਂ ਆਮ ਲੋਕਾਈ ਦੀ ਹਯਾਤੀ ਦੀਆਂ ਔਕੜਾਂ ਦੀ ਅਕਾਸੀ ਕੀਤੀ ਹੈ। ਇਹਨਾਂ ਦੀ ਸ਼ਾਇਰੀ ਵਿੱਚ ਸ਼ੇਰੀਅਤ ਆਪਣਾ ਸਵੇਰ ਵਰਗਾ ਮੁਖੜਾ ਲੈ ਕੇ ਕਿਰਨਾਂ ਵਾਂਗ ਤਲੂ ਹੋਈ ਹੈ ਤੇ ਪੰਜਾਬੀ ਦੇ ਮਰਕਜ਼ੀ ਲਹਿਜੇ ਦੇ ਨੇੜੇ ਨੇੜੇ ਰਹਿ ਕੇ ਆਪਣੀ ਸਾਦਗੀ ਨੂੰ ਵੀ ਬਰਕਰਾਰ ਰੱਖਿਆ ਹੈ ਤੇ ਇਹ ਕੋਈ ਮਾਮੂਲੀ ਗੱਲ ਨਹੀਂ। ऐसे सादा ते वाज़े ज़बान पारों अपने मखसूस रंग ते निरोल लहजे नाल अपनी पछाण बनाने विच ढेर कामयाब नज़र आई है। ते रिफत अंजुम शायरी विच जिंदगी दी मुख्तलिफ पहलुआं नूं पेश कीता है। वो मुहब्बत, रिश्ते, समाजी मसाइल ते सियासी मसलियां ते कलम चुकदी है ते मुआशरे दी जिम्मेदार शायरा दे तौर ते अपनी पहचान बनांदी नज़र आउंदी है। इन्हां दी शायरी विच इंसानियत ते उन्हां दे समाजी शिकवे ते एहतजाज विच भी शेरी सलीके दी नाल नाल तगज़ुल दी खुशगवार फिज़ा रची वसी है। इस हवाले नाल उन्हां दी एक बोली वेखो। तेरी पग नूं बचांदी होई वीरा चुन्नी लीरो लीर हो गई। इस तरह रिफत अंजुम दा शेरी मजमूआ इश्क दा सूत्र इन्हां दी शायराना सलाहियतां दी रोशनी विच एक ऐसा असासा है जिहदे विच हयाती दे वखरे वखरे पक्खां दा एक आलमी ते रोमानवी मंजरनामा भी नज़र आउंदा है ते जुस्से विचों सेक निकलदा रहिंदा है, अंदर अग दा भांबड़ बलदा रहिंदा है। रिफत अंजुम पंजाबी शायरी दी दुनिया विच एक नुमाया नां है जिन्हां दी तख्लीकात विच इंसानी जज्बात, मुआशरती मसाइल ते रूहानियत दी गहरी अक्कासी मिलदी है। इन्हां दा शेरी मजमूआ इश्क दा सूत्र इस सिलसिले दी एक अहम कड़ी है जिथे वो इश्क दे मुख्तलिफ पहलुआं नूं बड़ी खूबसूरती नाल बयान करदी है। इन्हां ने इश्क नूं सिर्फ रोमानवी तनाज़ुर तक महदूद नहीं रखिया बल्कि उसनूं वसी तर महनियां विच पेश किया है। अशार विच इश्क दी पेचीदगियां, कुर्बानियां ते इस दे नाल जुड़े दर्दां दा बड़ी नफासत नाल इजहार किया है। मिसाल के तौर पर एक शेर वेख लो, दिल नूं कुंडी ला के रख, अपना आप बचा के रख। ते एक शेर कि रब दा ना ही
ਹੁਣ ਤੇ ਖੈੜਾ ਛੱਡ ਮੇਰਾ। ਰੱਬ ਦਾ ਨਾਂ ਹੀ ਹੁਣ ਤੇ ਖੈੜਾ ਛੱਡ ਮੇਰਾ, ਤਪ ਤਪ ਕੇ ਮੈਂ ਵਾਂਗ ਤੰਦੂਰੀ ਥੱਕ ਗਈ ਹਾਂ। ਗਜ਼ਲ ਤੇ ਦੂਜੀਆਂ ਸਿਨਫਾਂ ਦੀ ਤਰ੍ਹਾਂ ਇਹਨਾਂ ਦੀਆਂ ਨਜ਼ਮਾਂ ਵੀ ਸਰਾਹਣਯੋਗ ਨੇ, ਜਿਹੜੀਆਂ ਕਾਰੀ ਨੂੰ ਆਪਣੇ ਅੰਦਰ ਝਾਕਣ ਤੇ ਹਯਾਤੀ ਦੇ ਮੁਖਤਲਿਫ ਪਹਿਲੂਆਂ ਤੇ ਵਿਚਾਰ ਕਰਨ ਦੀ ਦਾਵਤ ਦਿੰਦੀਆਂ ਨੇ। ਇਹਨਾਂ ਦੀਆਂ ਨਜ਼ਮਾਂ ਦੀ ਵੱਡੀ ਖੂਬੀ ਇਹ ਵੇ ਕਿ ਇਹ ਨਜ਼ਮਾਂ ਕਿਸੇ ਥਾਂ ਤੇ ਵੀ ਗੁੰਝਲਦਾਰ ਬੁਝਾਰਤ ਨਹੀਂ ਬਣਦੀਆਂ, ਆਪਣੀ ਫਿਤਰੀ ਤੌਰ ਨਾਲ ਟੁਰਦੀਆਂ ਟੁਰਦੀਆਂ ਅਗਾਂਹ ਵਧਦੀਆਂ ਨਜ਼ਰ ਆਉਂਦੀਆਂ ਨੇ। ਇਸ ਕਰਕੇ ਇਹਨਾਂ ਦੇ ਸ਼ੇਰੀ ਫਨ ਦਾ ਇਤਰਾਫ ਕਰਨਾ ਜ਼ਰੂਰੀ ਸਮਝਦਾ ਹਾਂ। ਮੈਂ ਇਹਨਾਂ ਦੀ ਸ਼ੇਰੀ ਤਰੱਕੀ ਤੇ ਤਾਸੀਰ ਵਿੱਚ ਮਜ਼ੀਦ ਬਰਕਤ ਲਈ ਦੁਆ ਗੋ ਹਾਂ। ਰੱਬ ਸੋਹਣਾ ਇਹਨਾਂ ਨੂੰ ਇੱਜ਼ਤਾਂ ਵਾਲੀ ਸ਼ੋਹਰਤ ਨਾਲ ਨਵਾਜ਼ੀ ਰੱਖੇ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। बहुत शुक्रिया। अब जो अल्फाज लिखे गए अभी और जो अदा किए गए दोषी साहब की तरफ से, हकीकत ये है कि वो दोषी साहब का ही खासा है। हम जैसे लोग ऐसे अल्फाज सुन के अपनी वोकैबुलरी बेहतर करते हैं। अल्लाह पाक सलामत रखे। तकरीब का एहतमाम की तरफ बढ़ गए। मुझे अभी मैडम रिफ़त कह रही थी, सिर्फ एक साहब का जिक्र करूँगा। कहती हैं कि एक साहब हैं जिनका नाम ना आपने शुक्रिया में लिया ना मैंने लिया, तो मैंने कहा वो तो घर का आदमी है, उसका शुक्रिया मैं नाम किधर से लूँ? सजाद लाखा। तो मैंने कहा वो उसने तो सारी तकरीब का मेज़बान है। तो आप सबका बहुत शुक्रिया। जो साहिबान मसनद है, मैं उनसे कहूँगा कि दो एक मिनट यहीं स्टेज पे तशरीफ़ रखें। बाकी असबाब साहिबान जो है वो पीछे आके खड़े हों, एक ग्रुप तस्वीर बना ली जाए। जज़ाकल्लाह। मुबश्शिर की बस काफी पीछे जगह है, साहब के पीछे खड़े अच्छा लगा ना, सारी तकरीर से अच्छी लगी। बहुत बैठिए ना, बैठो करना सब। नहीं ऐसे तो कैसे मन खड़ा था। रईस साहब, सफ्तर साहब आप आए प्लीज। सफ्तर साहब